ਦਿੱਤੀ ਹੈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਈ, ਆਵਰ ਨ ਪੀਖੈ ਈਕਸ ਬਿਨ ਕੋਈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਈ। ਹੁਣ ਇੱਥੇ ਲੱਲਾ ਛੱਛਾ ਨਾਣਾ ਇਹਦੇ ਉੱਤੇ ਅੱਧਕ ਲੱਗੇਗੀ। ਲੱਛਣ ਚਿੰਨ੍ਹ, ਜਿਹਨੂੰ ਅਸੀਂ ਚਿੰਨ੍ਹ ਵੀ ਕਹਿ ਸਕਦੇ। ਇੱਧਰ ਦਿੱਤਾ ਵੀ ਹੋਇਆ ਇਹਨਾਂ ਨੇ ਨਿਸ਼ਾਨੀਆਂ, ਚਿੰਨ੍ਹ ਕਹਿ ਲਵੋ, ਨਿਸ਼ਾਨੀਆਂ ਕਹਿ ਲਵੋ। ਮਨ ਸਾਚਾ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਵਸ ਗਿਆ ਹੈ, ਮਨ ਦੇ ਵਿੱਚ, ਮਨ ਨੂੰ ਸਿਆਰੀ ਲੱਗੀ ਹੈ ਨੰਨੇ ਨੂੰ, ਮਨ ਵਿੱਚ ਸਾਚਾ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਵਸ ਗਿਆ, ਮੁਖ ਸਾਚਾ ਸੋਈ। ਫਿਰ ਉਹਨਾਂ ਦਾ ਜਿਹੜਾ ਮੁਖ ਹੈ, ਰਸਨਾ ਹੈ, ਰਸਨਾ ਦੇ ਵਿੱਚੋਂ ਸਦਾ ਫਿਰ ਸੱਚੇ ਦੇ ਗੁਣ ਹੀ ਨਿਕਲਣਗੇ। ਉਹ ਸਦਾ ਰਸਨਾ ਦੇ ਵਿੱਚੋਂ ਇੱਕ ਨੂੰ ਹੀ ਜਪਣਗੇ, ਉਹਨੂੰ ਹੀ ਗਾਉਣਗੇ। ਆਵਰ ਨਾ ਪੀਖ ਹੈ, ਤੇ ਉਹਦੇ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਵੇਖਦਾ ਨਹੀਂ। ਏਕਸ ਬਿਨ ਕੋਈ, ਇੱਕ ਤੋਂ ਬਿਨਾਂ ਫਿਰ ਉਹ ਕੋਈ ਹੋਰ ਉਹਨੂੰ ਨਜ਼ਰ ਨਹੀਂ ਆਉਂਦਾ। ਜਿਸ ਪਾਸੇ ਵੀ ਵੇਖਦਾ ਹੈ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਬ ਰਹਿਆ ਸਭ ਨਹੀਂ ਜਾਈ। ਸਭ ਪਾਸੇ ਸੁਖ ਹੀ ਸੁਖ ਹੈ। ਜਿੱਧਰ ਧਿਆਨ ਕਰਦੇ ਆ ਉੱਧਰ ਹੀ ਸੁਖ ਹੈ। ਕਿਉਂ? ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਬ ਰਹਿਆ ਸਭ ਨਹੀਂ ਜਾਈ। ਹਰ ਪਾਸੇ ਉਹ ਪਰਮਾਤਮਾ ਰਵਿਆ ਹੋਇਆ, ਹਰ ਪਾਸੇ ਉਹ ਪਰਮਾਤਮਾ ਦੀ ਜੋਤ ਹੈ। ਤੇ ਜਿਨ੍ਹਾਂ ਦੇ ਅੰਦਰ ਇਹ ਗੁਣ ਨੇ, ਨਾਨਕ ਇਹ ਲੱਛਣ, ਹੇ ਨਾਨਕ ਇਹ ਜਿਹੜੀਆਂ ਨਿਸ਼ਾਨੀਆਂ ਨੇ, ਇਹ ਚਿੰਨ੍ਹ ਨੇ, ਬ੍ਰਹਮ ਗਿਆਨੀ ਹੋਏ। ਇਹ ਉਹਨਾਂ ਦੇ ਕੋਲ ਨੇ ਜਿਨ੍ਹਾਂ ਨੇ ਬ੍ਰਹਮ ਦਾ ਗਿਆਨ ਜਿਹੜਾ ਉਹ ਪ੍ਰਾਪਤ ਕਰ ਲਿਆ। ਜਿਹਨੂੰ ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਦੀ ਬਖਸ਼ਿਸ਼ ਹੋਈ, ਤੇ ਉਹਨੂੰ ਫਿਰ ਸਮਝ ਦੇ ਦਿੱਤੀ, ਸੂਝ ਦੇ ਦਿੱਤੀ, ਗਿਆਨ ਦੇ ਦਿੱਤਾ। ਬ੍ਰਹਮ ਦੀ ਸਮਝ ਆ ਗਈ, ਪਰਮਾਤਮਾ ਦੀ ਸਮਝ ਆ ਗਈ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੀਪ। ਜੋ ਬ੍ਰਹਮ ਗਿਆਨੀ ਹੈ ਉਹ ਸਦਾ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਤੇ ਜੈਸੇ ਜਲ ਮੈਂ ਕਮਲ ਅਲੇਪ, ਜਿਸ ਪ੍ਰਕਾਰ ਕਮਲ ਦਾ ਜਿਹੜਾ ਫੁੱਲ ਹੈ, ਆਪ ਜੀ ਨੇ ਸੁਣਿਆ ਹੋਵੇਗਾ, ਪਤਾ ਹੋਵੇਗਾ, ਕਮਲ ਦਾ ਫੁੱਲ ਹਮੇਸ਼ਾ ਪਾਣੀ ਦੇ ਵਿੱਚ ਹੀ ਖਿੜਦਾ ਹੈ, ਚਿੱਕੜ ਦੇ ਵਿੱਚ ਉੱਗਦਾ, ਚਿੱਕੜ ਦੇ ਵਿੱਚ ਰਹਿੰਦਾ, ਤੇ ਚਿੱਕੜ ਆਪਣੀਆਂ ਜਿਹੜੀਆਂ ਪੰਖੜੀਆਂ ਨੂੰ ਲੱਗਣ ਨਹੀਂ ਦਿੰਦਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿ ਸਾਣਾ। ਇੱਕ ਆਪਾਂ ਸਿੱਧ ਗੋਸ਼ਟ ਦੇ ਵਿੱਚ ਵੀ ਪੜ੍ਹਦੇ ਹਾਂ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦਾ। ਭੰਗਰ ਨਾਥ ਨੇ ਜਦੋਂ ਸਵਾਲ ਕੀਤਾ ਸੀ ਵੀ ਤੁਸੀਂ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਰੱਬ ਨੂੰ ਕਿਵੇਂ ਸਿਮਰਦੇ ਹੋ? ਅਸੀਂ ਤੇ ਆਪਣਾ ਘਰ-ਬਾਰ ਛੱਡ ਕੇ ਇੰਨੀਆਂ ਉੱਚੀਆਂ ਪਹਾੜੀਆਂ ਤੇ ਆ ਕੇ ਟਿਕ ਗਏ ਹਾਂ, ਇੱਥੇ ਆ ਕੇ ਅਨੇਕਾਂ ਪ੍ਰਕਾਰ ਦੇ ਸਰੀਰ ਨੂੰ ਦੁੱਖ ਦੇ ਰਹੇ ਹਾਂ, ਤਪ ਕਰਦੇ ਪਏ ਹਾਂ, ਜਪ ਕਰਦੇ ਪਏ ਹਾਂ, ਤੇ ਤੁਸੀਂ ਸੰਸਾਰ ਦੇ ਅੰਦਰ ਰਹਿ ਕੇ ਆਖਦੇ ਹੋ ਵੀ ਅਸੀਂ ਪਰਮਾਤਮਾ ਨਾਲ ਇੱਕ ਮਿਕ ਹਾਂ, ਕਿਵੇਂ? ਤੇ ਫਿਰ ਸਤਿਗੁਰਾਂ ਨੇ ਉਹਨੂੰ ਇਹ ਜਵਾਬ ਦਿੱਤਾ ਸੀ, ਕਹਿੰਦੇ ਜਿਸ ਪ੍ਰਕਾਰ ਕਮਲ ਦਾ ਜਿਹੜਾ ਫੁੱਲ ਹੈ ਉਹ ਚਿੱਕੜ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ, ਚਿੱਕੜ ਤੋਂ ਨਿਰਲੇਪ ਰੱਖਦਾ ਹੈ। ਤੇ ਮੁਰਗਾਬੀ ਇੱਕ ਪੰਛੀ ਦਾ ਨਾਮ ਹੈ, ਜਿਹੜੀ ਆਮ ਸਰੋਵਰਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਤਲਾਬ ਹੋਇਆ ਕਰਦੇ ਸਨ, ਉਹਦੇ ਵਿੱਚ ਤੈਰਦੀ ਹੁੰਦੀ ਸੀ। ਤੇ ਉਹ ਤੈਰਦਿਆਂ ਹੋਇਆਂ ਉਹਦੇ ਖੰਭ ਨੂੰ ਪਾਣੀ ਨਹੀਂ ਲੱਗਣ ਦਿੰਦੀ, ਆਪਣੇ ਖੰਭਾਂ ਨੂੰ। ਕਹਿੰਦੇ ਇਸੇ ਪ੍ਰਕਾਰ ਸੰਸਾਰ ਦੇ ਅੰਦਰ ਰਹੋ, ਸੰਸਾਰ ਦੇ ਕੰਮ ਕਰੋ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭੋ, ਤੇ ਜ਼ਿੰਮੇਵਾਰੀਆਂ ਨੂੰ ਸਾਂਭਦਿਆਂ ਹੋਇਆਂ ਆਪਣੀ ਸੁਰਤ ਦੇ ਵਿੱਚ ਇਹਦੇ ਪ੍ਰਭਾਵ ਨੂੰ ਨਾ ਪੈਣ ਦੇਵੋ। ਇਹ ਸੰਸਾਰ ਜਿਹੜਾ ਸੱਚੇ ਦੀ ਕੋਠੜੀ ਹੈ, ਇਹ ਘਰ ਸਾਡੇ ਰਹਿਣ ਲਈ ਹੈ। ਜਦੋਂ ਤੱਕ ਅਸੀਂ ਰਵਾਂਗੇ ਇਹ ਸਾਡੀ ਇੱਕ ਦਾਤ ਹੈ, ਤੇ ਜਦੋਂ ਇਹੀ ਘਰ ਸਾਡੀ ਸੁਰਤ ਦੇ ਵਿੱਚ ਵਸ ਜਾਵੇਗਾ ਇਹ ਫਿਰ ਮੋਹ ਬਣ ਜਾਵੇਗਾ। ਫਿਰ ਅਸੀਂ ਕਹਾਂਗੇ ਸਾਡਾ ਘਰ ਸੁਰਤ 'ਚ ਟਿਕ ਗਿਆ ਨਾ, ਸਾਡਾ ਗਿਆਨ, ਮੈਨੂੰ ਗਿਆਨ ਹੈ, ਕੋਈ ਗਿਆਨ ਹੈ, ਸਾਡੇ ਕੋਲ ਜਾਣਕਾਰੀ ਹੈ, ਉਹਨੂੰ ਸਹੀ ਤਰੀਕੇ ਦੇ ਨਾਲ ਵਰਤ ਰਹੇ ਹਾਂ, ਉਹ ਇੱਕ ਦਾਤ ਹੈ, ਵਰਤਣ ਦਾ ਇੱਕ ਤਰੀਕਾ ਹੈ।
ਤੇ ਜੇਕਰ ਬੰਦਾ ਹੁਣ ਉਹਦਾ ਹੀ ਹੰਕਾਰ ਕਰਕੇ ਬਹਿ ਜਾਵੇਗਾ, ਉਹਨੂੰ ਆਪਣੇ ਦਿਮਾਗ ਦੇ ਵਿੱਚ ਪੱਕਾ ਕਰ ਲਵੇਗਾ ਵੀ ਹਾਂ ਮੇਰੇ ਵਰਗਾ ਗਿਆਨਵਾਨ, ਮੇਰੇ ਵਰਗਾ ਵਿਦਵਾਨ, ਮੇਰੇ ਵਰਗਾ ਪੜ੍ਹਿਆ ਲਿਖਿਆ ਕੋਈ ਵੀ ਨਹੀਂ, ਉਹ ਕੀ ਹੈ, ਇੱਕ ਮੋਹ ਦਾ ਰੂਪ ਬਣ ਜਾਵੇਗਾ। ਤੇ ਇਹੀ ਗੱਲ ਆਖੀ ਸੀ, ਅਸੀਂ ਰਹਿੰਦੇ ਸੰਸਾਰ ਦੇ ਅੰਦਰ ਆ, ਆਪਣੇ ਕਾਰ ਵਿਹਾਰ ਕਰਦੇ ਪਏ ਹਾਂ, ਪਰ ਜਿਹੜੀ ਸੁਰਤ ਹੈ ਉਹ ਪਰਮਾਤਮਾ 'ਚ ਟਿਕਾਈ ਹੋਈ ਹੈ, ਹਮੇਸ਼ਾ ਪਰਮਾਤਮਾ ਯਾਦ ਰਹਿੰਦਾ ਹੈ। ਤੇ ਇਸੇ ਪ੍ਰਕਾਰ ਹੀ ਜਿਹੜਾ ਬ੍ਰਹਮ ਗਿਆਨੀ ਹੈ, ਉਹ ਜਿਹੜਾ ਮਨੁੱਖ, ਉਹ ਸਦਾ ਨਿਰਲੇਪ ਰਹਿੰਦਾ ਹੈ, ਵਿਕਾਰਾਂ ਤੋਂ ਸਦਾ ਬੇਦਾਗ ਰਹਿੰਦਾ ਹੈ। ਕਿਉਂ? ਜੈਸੇ ਜਲ ਮੈਂ ਕਮਲ ਅਲੇਪ, ਜਿਸ ਪ੍ਰਕਾਰ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ, ਇਸੇ ਪ੍ਰਕਾਰ ਬ੍ਰਹਮ ਗਿਆਨੀ ਆਪਣੇ ਤੇ ਕੋਈ ਬੇਦਾਗ ਨਹੀਂ ਲੱਗਣ ਦਿੰਦਾ, ਦਾਗ ਨਹੀਂ ਲੱਗਣ ਦਿੰਦਾ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੀ ਸੂਰ ਸਰਬ ਕਉ ਸੋਖ। ਇੱਥੇ ਆਖਣ ਲੱਗੀ, ਜਿਸ ਪ੍ਰਕਾਰ ਸੂਰ ਦਾ ਅਰਥ ਹੈ ਸੂਰਜ, ਸਰਬ ਕੋ ਸੋਖ, ਸੋਖ ਦਾ ਅਰਥ ਸੋਖ ਲੈਣਾ ਰਸਾਂ ਨੂੰ, ਜਿਸ ਪ੍ਰਕਾਰ ਸੂਰਜ ਸਾਰੇ ਰਸਾਂ ਨੂੰ ਸੋਖ ਲੈਂਦਾ ਹੈ। ਤੇ ਜਦੋਂ ਜੇਠ ਹਾੜ ਦੀਆਂ ਧੁੱਪਾਂ ਹੋਣ, ਅਸੀਂ ਕਹਿੰਦੇ ਹਾਂ ਵੀ ਸਰੋਵਰਾਂ ਦੇ ਵਿੱਚੋਂ, ਤਲਾਬਾਂ ਦੇ ਵਿੱਚੋਂ ਪਾਣੀ ਸੋਖਿਆ ਗਿਆ, ਸੋਖ ਲਿਆ। ਤੇ ਇਸੇ ਪ੍ਰਕਾਰ ਬ੍ਰਹਮ ਗਿਆਨੀ ਸਦਾ ਨਿਰਦੋਖ, ਨਿਰਦੋਖ ਦਾ ਅਰਥ ਹੈ ਬਿਨਾਂ ਦੋਸ਼। 22 ਨੰਬਰ ਬਿਨਾਂ ਦੋਸ਼, ਵੀ ਕਿਸੇ ਪ੍ਰਕਾਰ ਦਾ ਕੋਈ ਮਾਇਆ ਦਾ ਪ੍ਰਭਾਵ ਨਹੀਂ, ਕੋਈ ਇਹਨੂੰ ਦੁੱਖ ਨਹੀਂ ਹੈ, ਕੋਈ ਦੁੱਖ ਨਹੀਂ, ਇਹਦੇ ਤੇ ਕੋਈ ਦਾਗ ਨਹੀਂ, ਕੋਈ ਕਾਮ ਦਾ, ਕੋਈ ਕ੍ਰੋਧ ਦਾ, ਲੋਭ ਮੋਹ ਹੰਕਾਰ, ਇਹਦੇ ਤੋਂ ਨਿਰਲੇਪ ਹੈ, ਇਹਨੂੰ ਕੋਈ ਦੁੱਖ ਨਹੀਂ। ਤੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗਹਿ ਤੁਲ ਪਵਾਨ। ਹੁਣ ਉਸ ਪਰਮਾਤਮਾ ਨੂੰ ਹਰ ਪਾਸੇ ਵੇਖਣ ਵਾਲਾ, ਇਹ ਬਿਰਤੀ ਵਾਲਾ ਜਿਹੜਾ ਮਨੁੱਖ ਹੈ, ਉਹਦੇ ਲਈ ਸਭ ਕੁਝ ਬਰਾਬਰ ਹੈ। ਤੇ ਜਿਵੇਂ ਹਵਾ, ਜਿਹੜਾ ਹਵਾ ਦਾ ਕੰਮ, ਤੇ ਉਹ ਇਹ ਨਹੀਂ ਵੇਖਦੀ ਵੀ ਇਹ ਅਮੀਰ ਹੈ, ਇਹ ਗਰੀਬ ਹੈ, ਉਹ ਸਾਰਿਆਂ ਲਈ ਬਰਾਬਰ ਚੱਲ ਰਹੀ ਹੈ, ਕੋਈ ਵੀ ਉਹਦਾ ਆਨੰਦ ਲੈ ਸਕਦਾ ਹੈ। ਵੀ ਕਿਸੇ ਦਾ ਕੋਈ ਹੱਕ ਨਹੀਂ ਬੱਝਾ ਹੋਇਆ ਵੀ ਹਾਂ ਵੀ ਅਮੀਰ ਆਖੇ ਵੀ ਇਹ ਤੂੰ ਨਹੀਂ ਲੈ ਸਕਦਾ, ਨਹੀਂ, ਉਹ ਸਾਰਿਆਂ ਦੇ ਲਈ ਬਰਾਬਰ ਹੈ। ਆਕਸੀਜਨ ਸਾਰਿਆਂ ਲਈ ਬਰਾਬਰ ਹੈ, ਸਾਰਿਆਂ ਨੂੰ ਸਾਹ ਆ ਰਿਹਾ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਰਾਜਾ, ਤੇ ਭਾਵੇਂ ਕੋਈ ਰੰਕ ਹੈ। ਤੇ ਇਸੇ ਪ੍ਰਕਾਰ ਬ੍ਰਹਮ ਗਿਆਨੀ, ਬ੍ਰਹਮ ਦਾ ਗਿਆਨ ਰੱਖਣ ਵਾਲਾ ਜਿਹੜਾ ਹੈ, ਉਹ ਸਾਰਿਆਂ ਨੂੰ ਇੱਕ ਸਮਾਨ ਵੇਖਦਾ ਹੈ, ਕੋਈ ਉੱਚਾ ਤੇ ਨੀਵਾਂ ਨਹੀਂ, ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਹੀਂ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਦਾ ਕਉ ਖੋਦੈ ਕਹੂ ਚੰਦਨ ਲੇਪ। ਹੁਣ ਜਿਹੜਾ ਬ੍ਰਹਮ ਗਿਆਨੀ ਹੈ, ਉਹਦਾ ਇੱਕ ਦੇ ਉੱਤੇ ਭਰੋਸਾ ਹੁੰਦਾ ਹੈ, ਇੱਕ ਦੇ ਉੱਤੇ ਵਿਸ਼ਵਾਸ ਭੱਜਾ ਹੋਇਆ, ਇੱਕ ਦੇ ਉੱਤੇ ਭਰੋਸਾ ਹੈ, ਤੇ ਉਹਨੂੰ ਫਿਰ ਕਿਸੇ ਦੀ ਕੋਈ ਪਰਵਾਹ ਨਹੀਂ। ਹੁਣ ਜ਼ਮੀਨ ਨੂੰ ਕੋਈ, ਧਰਤੀ ਨੂੰ ਖੋਦ ਰਿਹਾ, ਤੇ ਕੋਈ ਉਹਦੇ ਉੱਤੇ ਚੰਦਨ ਦਾ ਲੇਪ ਕਰਦਾ ਪਿਆ, ਕੋਈ ਉਹਨੂੰ ਮੱਥੇ ਟੇਕਦਾ ਪਿਆ। ਹੁਣ ਧਰਤੀ ਨੂੰ ਤਾਂ ਕੋਈ ਪਰਵਾਹ ਨਹੀਂ ਨਾ, ਉੱਤੇ ਜਿੰਨਾ ਮਰਜ਼ੀ ਬੋਝ ਪਾ ਦੇਵੋ, ਉਹਦੀ ਜਿੰਨੀ ਮਰਜ਼ੀ ਖੁਦਾਈ ਕਰ ਲਵੋ, ਉਹਦੀ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ। ਇਸੇ ਪ੍ਰਕਾਰ ਬ੍ਰਹਮ ਗਿਆਨੀ ਜਿਹੜਾ ਹੈ, ਉਹਦਾ ਇੱਕ ਦੇ ਉੱਤੇ ਭਰੋਸਾ ਹੁੰਦਾ ਹੈ, ਤੇ ਇੱਕ ਤੋਂ ਬਿਨਾਂ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਲੋਕੀ ਜੋ ਮਰਜ਼ੀ ਕਹਿਣ, ਕੋਈ ਭਾਵੇਂ ਨਿੰਦਿਆ ਕਰੇ, ਭਾਵੇਂ ਕੋਈ ਚੁਗਲੀ ਕਰੇ, ਉਹਨੂੰ ਉਸਤਤ ਕਰੇ, ਨਿੰਦਿਆ ਕਰੇ, ਇੱਕੋ ਬਰਾਬਰ ਹੈ, ਕਿਉਂਕਿ ਇੱਕ ਦੇ ਉੱਤੇ ਭਰੋਸਾ ਬੱਝ ਗਿਆ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਇਹ ਹੈ ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਹੁਣ ਬ੍ਰਹਮ ਗਿਆਨੀ ਦਾ ਜਿਹੜਾ ਇਹ ਗੁਣ ਲਾ ਲਵੋ, ਉਹਦਾ ਵਡੱਪਣ ਲਾ ਲਵੋ, ਉਹਦੀ ਸ਼ੋਭਾ ਲਾ ਲਵੋ। ਗੁਨਾਹ ਦਾ ਅਰਥ ਗੁਣ ਹੁੰਦਾ ਹੈ,
ਵੀ ਉਹਦੇ ਅੰਦਰ ਇਹ ਗੁਣ ਹੈ। ਨਾਨਕ ਹੀ ਨਾਨਕ ਜਿਉ ਪਾਵ ਕਾ ਸਹਿਜ ਸੁਭਾਉ। ਹੁਣ ਜਿਵੇਂ ਅੱਗ ਦਾ ਸਹਿਜ ਸੁਭਾਅ ਹੈ, ਕੁਦਰਤੀ ਰੂਪ ਹੈ, ਉਹਦੇ ਅੰਦਰ ਜੇਕਰ ਕੋਈ ਤੁਸੀਂ ਚੀਜ਼ ਪਾਵੋਗੇ ਉਹਦੀ ਮੈਲ ਨੂੰ ਖਤਮ ਕਰ ਦੇਵੇਗੀ। ਸੁਨਿਆਰਾ ਵੇਖਦੇ ਹਾਂ, ਕੁਠਾਲੀ ਦੇ ਵਿੱਚ ਸੋਨਾ ਪੈਂਦਾ, ਓਨੇ ਸਮੇਂ ਤੱਕ ਸੋਨਾ ਭੁੜਕਦਾ ਰਹਿੰਦਾ ਉਸ ਕਠਾਲੀ ਦੇ ਵਿੱਚ ਜਿੰਨੇ ਸਮੇਂ ਤੱਕ ਉਹ ਸ਼ੁੱਧ ਨਾ ਹੋ ਜਾਵੇ, ਤੇ ਜਦੋਂ ਸ਼ੁੱਧ ਹੋ ਗਿਆ ਤੇ ਉਹ ਭੁੜਕਣਾ ਬੰਦ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਤੇ ਇਸੇ ਪ੍ਰਕਾਰ ਓਨੇ ਸਮੇਂ ਤੱਕ ਬੰਦੇ ਦਾ ਮਨ ਭਟਕਦਾ ਹੈ ਜਿੰਨੇ ਸਮੇਂ ਤੱਕ ਬੰਦੇ ਦਾ ਮਨ ਮੈਲਾ ਹੈ। ਤੇ ਜਿਸ ਦਿਨ ਬੰਦੇ ਦਾ ਮਨ ਨਿਰਮਲ ਹੋ ਗਿਆ ਤੇ ਮਨ ਟਿਕਾਊ ਦੇ ਵਿੱਚ ਆ ਜਾਵੇਗਾ। ਤੇ ਬ੍ਰਹਮ ਗਿਆਨੀ ਦਾ ਇਹ ਸੁਭਾਅ ਹੈ, ਇਹ ਗੁਣ ਹੈ, ਤੇ ਉਹ ਆਪਣੇ ਮਨ ਨੂੰ ਸਦਾ ਹੀ ਪਵਿੱਤਰ ਰੱਖਦਾ ਹੈ। ब्रह्म ज्ञानी नानक जो पावक का सहज स्वभाव, ब्रह्म ज्ञानी का यह गुणाओ। जिस प्रकार अग मैल नूं खत्म कर दिंदी है, इसे प्रकार ब्रह्म ज्ञानी अपने अंदरों मैल की जिहड़ी अग है, मैल की जिहड़ी विकारां की मैल है, इनू साड़ लैंदा, खत्म कर लैंदा है। ब्रह्म ज्ञानी निर्मल ते निर्मला, जैसी मैल न लागै जला। ਉਹੀ ਗੱਲ ਅੱਗੇ ਫਿਰ ਆ ਗਈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਉਹ ਆਪਣੇ ਆਪ ਨੂੰ ਸ਼ੁੱਧ ਕਰ ਲੈਂਦਾ, ਨਿਰਮਲ ਹੋ ਜਾਂਦਾ ਹੈ। ਤੇ ਜੈਸੇ ਮੈਲ ਨਾ ਲੱਗਿਆ ਜਲਾ। ਹੁਣ ਮਿੱਟੀ ਦੇ ਵਿੱਚ ਬੰਦਾ ਪਾਣੀ ਨੂੰ ਮਿੱਟੀ ਦੇ ਵਿੱਚ ਘੋਲੀ ਜਾਵੇ, ਕੁਝ ਸਮੇਂ ਦੇ ਲਈ ਉਹ ਮੈਲਾ ਹੋਵੇਗਾ, ਪਰ ਕੁਝ ਸਮੇਂ ਤੋਂ ਬਾਅਦ ਉਹੀ ਜਿਹੜਾ ਪਾਣੀ ਉਹ ਪਵਿੱਤਰ ਹੋ ਜਾਂਦਾ, ਸਾਫ਼ ਹੋ ਜਾਂਦਾ ਹੈ। ਤੇ ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ, ਇਸੇ ਪ੍ਰਕਾਰ ਬ੍ਰਹਮ ਗਿਆਨੀ ਹੈ ਉਸ ਪਰਮਾਤਮਾ ਦੀ ਭਗਤੀ ਕਰਨ ਵਾਲਾ, ਜਿਨੇ ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਜਿਹਦੇ ਤੇ ਗੁਰੂ ਦੀ ਰਹਿਮਤ ਹੋਈ ਹੈ, ਉਹ ਆਪਣੇ ਮਨ ਨੂੰ ਹਮੇਸ਼ਾ ਦੇ ਲਈ ਨਿਰਮਲ ਰੱਖਦਾ ਹੈ। ਬ੍ਰਹਮ ਗਿਆਨੀ ਕੈ ਮਨ ਹੋਈ ਪਰਗਾਸ, ਜੈਸੇ ਤਰ ਉਪਰ ਆਕਾਸ਼। ਹੁਣ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਹੋਏ ਪ੍ਰਗਾਸ਼, ਪ੍ਰਗਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ, ਗਿਆਨ ਆ ਜਾਂਦਾ। ਕਿਸ ਗੱਲ ਦਾ? ਵੀ ਉਹ ਪਰਮਾਤਮਾ ਹਰ ਪਾਸੇ ਮੌਜੂਦ ਹੈ। ਤੇ ਅੱਗੇ ਉਦਾਹਰਣ ਵੀ ਦਿੱਤੀ ਹੈ, ਜੈਸੇ ਧਰ ਉਪਰ ਆਕਾਸ਼। ਧਰ ਦਾ ਅਰਥ ਹੋ ਗਿਆ ਧਰਤੀ। ਹੁਣ ਧਰਤੀ ਦੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਓ, ਉੱਤਰ 'ਚ ਚਲੇ ਜਾਓ, ਦੱਖਣ ਪੱਛਮ, ਕਿਸੇ ਪਾਸੇ ਵੀ, ਤੂੰ ਪੂਰਬ ਵੱਲ ਚਲੇ ਜਾਓ, ਕਿਸੇ ਪਾਸੇ ਵੀ ਚਲੇ ਜਾਓ। ਹੁਣ ਬੰਦਾ ਆ ਕੇ ਵੀ ਧਰਤੀ ਦੇ ਉੱਪਰ ਆਕਾਸ਼ ਨਹੀਂ ਹੈ, ਪਰ ਜਿੱਥੇ ਜਾਓਗੇ ਆਕਾਸ਼ ਤੁਹਾਨੂੰ ਨਜ਼ਰ ਆਵੇਗਾ। ਧਰਤੀ ਦੇ ਕਿਸੇ ਵੀ ਜਗ੍ਹਾ 'ਤੇ ਚਲੇ ਜਾਓ। ਤੇ ਇਸੇ ਪ੍ਰਕਾਰ ਜਿਹੜਾ ਬ੍ਰਹਮ ਗਿਆਨੀ ਹੈ ਤੇ ਉਹਦੇ ਅੰਦਰ ਇਹ ਉਹਦਾ ਸਮਝ ਲੱਗ ਜਾਂਦੀ ਹੈ ਵੀ ਮਨ ਦੇ ਅੰਦਰ ਇਹ ਗਿਆਨ ਹੋ ਜਾਂਦਾ ਹੈ, ਇਸ ਗੱਲ ਦਾ ਪ੍ਰਕਾਸ਼ ਹੋ ਜਾਂਦਾ ਹੈ ਵੀ ਪਰਮਾਤਮਾ ਹਰ ਜਗ੍ਹਾ ਦੇ ਉੱਪਰ ਮੌਜੂਦ ਹੈ। ਧਰਤੀ ਦੇ ਉੱਪਰ ਆਕਾਸ਼ ਹੈ ਮੌਜੂਦ, ਤੇ ਇਸੇ ਪ੍ਰਕਾਰ ਪਰਮਾਤਮਾ ਹਰ ਘਟ ਦੇ ਵਿੱਚ, ਹਰ ਦੇ ਅੰਦਰ ਪਰਮਾਤਮਾ ਮੌਜੂਦ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਹੁਣ ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਮਿੱਤਰ ਤੇ ਸ਼ਤਰੂ ਨੇ, ਜਿਹੜੇ ਵੈਰੀ ਨੇ, ਸਭ ਸਮਾਨ ਨੇ। ਸ਼ਤਰ ਸਭ ਜਿਹੜੇ ਸਮਾਨ ਨੇ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਕਿਉਂਕਿ ਉਹਨੇ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰ ਲਿਆ, ਆਪਣੇ ਅੰਦਰੋਂ ਅਭਿਮਾਨ ਜਿਹੜਾ ਦੂਰ ਕਰ ਲਿਆ, ਆਪਾ ਭਾਵ ਅਰਪਣ ਕਰ ਦਿੱਤਾ ਹੈ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸਭ ਤੋਂ ਉੱਚਾ ਹੁੰਦਾ ਹੈ, ਉਹਦੀ ਜਿਹੜੀ ਮੱਤ ਹੈ, ਸੋਚ ਹੈ, ਉਹ ਸਭ ਤੋਂ ਉੱਚੀ ਹੋਵੇਗੀ। ਕਿਹਦੇ ਕਰਕੇ? ਮਨ ਆਪਣੇ ਹੈ ਸਭ ਤੇ ਨੀਚਾ। ਆਪਣੇ ਮਨ ਦੇ ਅੰਦਰ ਉਹ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ, ਵੀ ਮੇਰੇ ਤੋਂ ਨੀਵਾਂ ਕੋਈ ਵੀ ਨਹੀਂ, ਭਾਵ ਮੇਰੇ ਤੋਂ ਮਾੜਾ ਕੋਈ ਵੀ ਨਹੀਂ।
ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਵੀ ਅਸੀਂ ਚੰਗੇ ਵੀ ਨਹੀਂ ਆ। ਤੇ ਇਹ ਗੱਲ ਆਖੀਏ ਵੀ ਲੋਕ ਬੁਰੇ ਨੇ, ਕਹਿੰਦੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਲੋਕੀ ਬੁਰੇ ਨੇ। ਵੀ ਇਹੀ ਗੱਲ ਹੈ ਨਾ, ਵੀ ਜੇਕਰ ਅਸੀਂ ਚੰਗੇ ਨਹੀਂ ਆ ਤੇ ਸਾਡਾ ਕਿਸੇ ਨੂੰ ਹੱਕ ਵੀ ਨਹੀਂ ਕਹਿਣ ਦਾ। ਤੇ ਬ੍ਰਹਮ ਗਿਆਨੀ ਹੈ ਉਹ ਸਾਰਿਆਂ ਨੂੰ ਬਰਾਬਰ ਜਾਣਦਾ ਹੈ, ਤੇ ਉਹਦੇ ਅੰਦਰ ਹੰਕਾਰ ਨਹੀਂ, ਤੇ ਉਹ ਸਭ ਤੋਂ ਉੱਚਾ ਹੈ, ਤੇ ਆਪਣੇ ਮਨ ਦੇ ਅੰਦਰ ਆਪਣੇ ਆਪ ਨੂੰ ਸਭਨਾਂ ਤੋਂ ਨੀਵਾਂ ਕਰਕੇ ਜਾਣਦਾ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਨੀਵਾਂ ਜਾਣੇਗਾ ਤੇ ਬੰਦੇ ਦੇ ਅੰਦਰ ਹੰਕਾਰ ਕਿੱਥੋਂ ਆਵੇਗਾ? ਹੰਕਾਰ ਉਸ ਸਮੇਂ ਆਵੇਗਾ ਜਦੋਂ ਆਖੇਗਾ ਮੇਰੇ ਕੋਲ ਸਭ ਕੁਝ ਹੈ, ਮੈਂ ਸਭ ਤੋਂ ਉੱਚਾ ਵਾਂ, ਤੇ ਬੰਦਾ ਹੰਕਾਰੀ ਹੈ। ਤੇ ਉਹੀ ਚੀਜ਼ ਜਦੋਂ ਨਿਮਰਤਾ ਦੇ ਵਿੱਚ ਆ ਜਾਵੇਗੀ, ਜਦੋਂ ਆਖੇਗਾ ਮੇਰੇ ਕੋਲ ਕੁਝ ਵੀ ਨਹੀਂ, ਤੇ ਫਿਰ ਬੰਦਾ ਹੰਕਾਰ ਕਿਸ ਚੀਜ਼ ਦਾ ਕਰੇਗਾ? ਜਦੋਂ ਮੇਰੇ ਕੋਲ ਕੁਝ ਵੀ ਨਹੀਂ ਤੇ ਹੰਕਾਰ ਕਿਸ ਗੱਲ ਦਾ? ਤੇ ਬ੍ਰਹਮ ਗਿਆਨੀ ਦਾ ਇਹ ਸੁਭਾਅ ਹੈ, ਉਹ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ, ਤੇ ਇਹਦੇ ਕਰਕੇ ਉਹਦੀ ਜਿਹੜੀ ਸੋਚ ਹੈ ਉਹ ਸਭ ਤੋਂ ਉੱਚੀ ਹੈ। ਉਹ ਉੱਚ ਤੇ ਉੱਚਾ ਤੇ ਉੱਚੇ ਤੋਂ ਉੱਚਾ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਹੁਣ ਬ੍ਰਹਮ ਗਿਆਨੀ, ਬ੍ਰਹਮ ਦਾ ਗਿਆਨ ਉਹਨਾਂ ਜਨਾਂ ਨੂੰ ਆਇਆ ਹੈ। ਜਨ ਦਾ ਅਰਥ ਮਨੁੱਖ, ਭਗਤ, ਦਾਸ ਲਾ ਲਵੋ। ਉਹਨਾਂ ਜਨਾਂ ਨੂੰ ਪ੍ਰਾਪਤ ਹੋਇਆ ਨਾਨਕ ਜਿਨ ਪ੍ਰਭ ਆਪ ਕਰੇ। ਹੇ ਨਾਨਕ, ਜਿਨ੍ਹਾਂ ਦੇ ਉੱਤੇ ਪਰਮਾਤਮਾ ਨੇ ਆਪ ਕਿਰਪਾ ਕੀਤੀ ਹੈ, ਜਿਨ੍ਹਾਂ ਦੇ ਉੱਪਰ ਆਪ ਰਹਿਮਤ ਕੀਤੀ ਹੈ, ਜਿਨ੍ਹਾਂ ਨੂੰ ਇਹ ਗਿਆਨ ਬਖਸ਼ਿਆ, ਜਿਨ੍ਹਾਂ ਨੂੰ ਇਹ ਸੋਝੀ ਬਖਸ਼ੀ ਹੈ, ਤੇ ਉਹੀ ਫਿਰ ਪਰਮਾਤਮਾ ਦੇ ਨਾਲ ਜੁੜੇ ਨੇ, ਤੇ ਉਹਨਾਂ ਨੂੰ ਹੀ ਇਸ ਗੱਲ ਦਾ ਜਿਹੜਾ ਗਿਆਨ ਹੈ ਉਹ ਆਇਆ ਹੈ। ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਹੁਣ ਬ੍ਰਹਮ ਗਿਆਨੀ ਸਾਰਿਆਂ ਦੇ ਚਰਨਾਂ ਦੀ ਧੂੜ ਹੈ, ਆਪਣੇ ਮਨ ਨੂੰ ਨਿਮਰਤਾ ਦੇ ਵਿੱਚ ਲੈ ਆਉਂਦਾ, ਤੇ ਆਤਮ ਰਸ ਬ੍ਰਹਮ ਗਿਆਨੀ ਚੀਨਾ, ਤੇ ਅੰਦਰੋਂ ਆਤਮ ਰਸ, ਆਪਣੇ ਅੰਦਰੋਂ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਰੂਪੀ ਜਲ ਹੈ, ਬ੍ਰਹਮ ਗਿਆਨੀ ਚੀਨਾ। ਚੀਨਾ ਦਾ ਅਰਥ ਹੈ ਪਛਾਣ ਲਿਆ। ਉਹਨੇ ਆਪਣੇ ਅੰਦਰੋਂ ਪਰਮਾਤਮਾ ਨੂੰ ਪਛਾਣਿਆ ਤੇ ਨਾਮ ਨੂੰ ਆਪਣੇ ਅੰਦਰ ਵਸਾ ਲਿਆ। ਬ੍ਰਹਮ ਗਿਆਨੀ ਕੀ ਸਭ ਉਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਹੁਣ ਬ੍ਰਹਮ ਗਿਆਨੀ ਦੀ ਸਭ ਉੱਪਰ ਮਿਆ ਦਾ ਅਰਥ ਹੈ ਮੇਰ ਵੀ, ਖੁਸ਼ੀ ਵੀ, ਤੇ ਪ੍ਰਸੰਨਤਾ ਵੀ। ਭਾਵੇਂ ਤੁਸੀਂ ਖੁਸ਼ੀ ਲਾ ਲਵੋ, ਉਹਨਾਂ ਦੀ ਸਭ ਦੇ ਉੱਤੇ ਖੁਸ਼ੀ ਹੈ। ਬ੍ਰਹਮ ਗਿਆਨੀ ਦੀ ਸਭ ਦੇ ਉੱਪਰ ਮਿਹਰ ਹੈ। ਕਿਉਂ? ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਉਹ ਕਿਸੇ ਨੂੰ ਵੀ ਬੁਰਾ ਨਹੀਂ ਆਖਦਾ, ਕਿਸੇ ਨੂੰ ਵੀ ਮਾੜਾ ਨਹੀਂ ਆਖਦਾ। ਬ੍ਰਹਮ ਗਿਆਨੀ ਸਦਾ ਸਮਦਰਸ਼ੀ। ਹੁਣ ਬ੍ਰਹਮ ਗਿਆਨੀ ਹੈ, ਉਹ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਵੇਖਦਾ ਹੈ। ਦਰਸ਼ੀ ਬਿੰਦੀ ਲਾ ਕੇ ਉਚਾਰਨ ਹੋਵੇਗਾ, ਸਮਦਰਸ਼ੀ। ਸਮ ਬਰਾਬਰ, ਦਰਸ਼ੀ ਵੇਖਣਾ। ਉਹ ਫਿਰ ਇਹ ਨਹੀਂ ਵੇਖਦਾ ਕਿਹੜਾ ਉੱਚਾ ਤੇ ਕਿਹੜਾ ਨੀਵਾਂ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਤੇ ਉਹਨਾਂ ਦੀ ਨਜ਼ਰ ਦੇ ਵਿੱਚੋਂ ਜਿਹੜਾ ਉਹਦੇ ਅੰਦਰੋਂ ਹਮੇਸ਼ਾ ਆਤਮਿਕ ਜੀਵਨ ਦੇਣ ਵਾਲੇ ਨਾਮ ਦਾ ਜਿਹੜਾ ਮੀਂਹ ਹੈ ਉਹ ਵਰਸਦਾ ਰਹਿੰਦਾ ਹੈ। ਜਿਹਦੇ ਵੱਲ ਮਿਹਰ ਦੀ ਨਜ਼ਰ ਹੋਈ, ਉਹਦੇ ਤੇ ਕਿਰਪਾ ਹੋ ਗਈ। ਇਹੀ ਗੱਲ ਹੈ ਨਾ, ਗੁਰੂ ਨੇ ਮਿਹਰ ਦੀ ਨਜ਼ਰ ਕੀਤੀ ਤੇ ਕਿਰਪਾ ਹੋਈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਗੁਰੂ ਦੇ ਗਿਆਨ ਦੀ ਥੋੜ੍ਹੀ ਥੋੜ੍ਹੀ ਝਿਮ ਝਿਮ ਕਰਕੇ, ਸਾਉਣ ਦੇ ਮਹੀਨੇ ਦੀ ਬਰਸਾਤ ਦੀ ਤਰ੍ਹਾਂ ਥੋੜ੍ਹੀ ਥੋੜ੍ਹੀ ਬੂੰਦਾਬਾਰੀ ਹੋ ਰਹੀ ਹੈ ਗਿਆਨ ਦੀ, ਸਮਝ ਦੀ। ਤੇ ਜਿਵੇਂ ਜਿਵੇਂ ਇਹ ਬੂੰਦਾਬਾਰੀ ਹੋ ਰਹੀ ਹੈ, ਤਿਵੇਂ ਤਿਵੇਂ ਇਹ ਸਾਡੇ ਅੰਦਰ ਸਮਾ ਰਿਹਾ ਹੈ। ਇਸੇ ਪ੍ਰਕਾਰ ਵੀ ਜਿਹੜਾ ਬ੍ਰਹਮ ਗਿਆਨੀ ਹੈ, ਉਹਦੀ ਜਿਹੜੀ ਦ੍ਰਿਸ਼ਟ ਹੈ ਉਹ ਸਾਰਿਆਂ ਲਈ ਬਰਾਬਰ ਹੈ, ਕਿਸੇ ਨੂੰ ਉੱਚਾ ਨੀਵਾਂ ਨਹੀਂ ਜਾਣਦਾ। ਤੇ ਉਹ ਜਿਹਦੇ ਉੱਤੇ ਮਿਹਰ ਦੀ ਨਿਗਾਹ ਕਰੇਗਾ, ਤੇ ਉਹਦੀ ਨਿਗਾਹ ਦੇ ਵਿੱਚੋਂ ਉਹਦੇ ਅੰਦਰੋਂ ਆਤਮਿਕ ਜੀਵਨ ਦੇਣ ਵਾਲੇ
ਨਾਮ ਰੂਪੀ ਜਲ ਦੀ ਵਰਖਾ ਹੁੰਦੀ ਹੈ, ਉਹਦੇ ਤੇ ਵਰਖਾ ਹੋਵੇਗੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਹੁਣ ਬ੍ਰਹਮ ਗਿਆਨੀ ਉਹ ਬੰਧਨਾਂ ਤੋਂ ਮੁਕਤ ਹੈ, ਵਿਕਾਰਾਂ ਤੋਂ ਮੁਕਤ ਹੈ, ਕੋਈ ਉਹਦੇ ਤੇ ਵਿਕਾਰ ਪ੍ਰਭਾਵ ਨਹੀਂ ਪਾ ਸਕਦੇ, ਉਹਨਾਂ ਤੋਂ ਆਜ਼ਾਦ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਕਿਹਦੇ ਕਰਕੇ ਬੰਧਨਾਂ ਤੋਂ ਮੁਕਤ ਹੈ? ਉਹਦੀ ਜਿਹੜੀ ਜੁਗਤੀ ਹੈ, ਜੁਗਤ ਅਸੀਂ ਕਹਿੰਦੇ ਹਾਂ ਢੰਗ, ਉਹਦੇ ਜੀਵਨ ਜਿਉਣ ਦਾ ਢੰਗ, ਉਹਦੇ ਚੱਲਣ ਦਾ, ਉਹਦੇ ਕਾਰਜ ਕਰਨ ਦਾ ਜਿਹੜਾ ਕੰਮ ਹੈ, ਢੰਗ ਹੈ, ਉਹ ਬਿਲਕੁਲ ਨਿਰਮਲ ਹੈ। ਇੱਧਰ ਵੀ ਜੁਗਤੀ, ਜੀਵਨ ਜੁਗਤ, ਰਹਿਣ ਦਾ ਤਰੀਕਾ ਖੋੜ ਤੋਂ ਪਾਕ ਹੈ। ਉਹਦਾ ਜੀਵਨ ਜਿਉਣ ਦਾ ਢੰਗ ਬਿਲਕੁਲ ਨਿਰਮਲ ਹੈ, ਜਿਸ ਨੂੰ ਅਸੀਂ ਇੱਦਾਂ ਵੀ ਕਹਿ ਲਵੋ, ਜੋ ਸੱਚ ਹੈ ਉਹ ਸੱਚ ਹੈ, ਵੀ ਇਹ ਚੀਜ਼ ਹੈ। ਤੇ ਗੁਰਮਤਿ ਦਾ ਰਾਹ ਵੀ ਇੱਕ ਨਿਰਮਲ ਰਸਤਾ ਹੈ। ਇਹ ਉਹ ਰਸਤਾ ਵੀ ਜਿਹੜਾ ਬਿਲਕੁਲ ਸਿੱਧਾ ਹੈ, ਤੇ ਵਹਿਮਾਂ ਭਰਮਾਂ ਵਾਲਾ, ਅੰਧ ਵਿਸ਼ਵਾਸਾਂ ਵਾਲਾ ਜਿਹੜਾ ਰਸਤਾ ਹੈ, ਉਹ ਬਸ ਇੱਦਾਂ ਲਾ ਲਵੋ ਜਿਵੇਂ ਵਿੰਗਾ ਟੇਢਾ ਹੋਵੇ। ਗੁਰਮਤਿ ਦਾ ਰਸਤਾ ਸਿੱਧਾ ਤੇ ਸੁਖਾਲਾ ਰਸਤਾ ਹੈ, ਤੇ ਵਹਿਮਾਂ ਭਰਮਾਂ ਵਾਲਾ ਰਸਤਾ ਹੈ, ਉਹ ਬਸ ਇੱਦਾਂ ਵੀ ਜਿਵੇਂ ਕੋਈ ਰਸਤਾ ਟੁੱਟਾ ਹੋਵੇ ਤੇ ਜਾਣ ਦੇ ਉੱਤੇ ਸਾਨੂੰ ਸਮਾਂ ਲੱਗੇ, ਜਾਂ ਕਿਸੇ ਰਸਤੇ ਦੇ ਉੱਤੇ ਟੋਏ ਹੋਣ, ਜਾਂ ਵੜ ਵੜਿੰਗ ਹੋਣ, ਵੀ ਸਮਝ ਹੀ ਨਾ ਲੱਗੇ ਵੀ ਜਾਣਾ ਕਿੱਧਰ ਹੈ, ਕਿਸ ਰਸਤੇ ਦੇ ਉੱਤੇ ਜਾਈਏ ਤੇ ਕਿੱਥੇ ਮੰਜ਼ਿਲ ਮਿਲੇਗੀ। ਪਰ ਗੁਰਮਤਿ ਦਾ ਰਸਤਾ ਤੇ ਇੱਕ ਗੁਰੂ ਤੇ ਹਮੇਸ਼ਾ ਸਾਨੂੰ ਅਕਾਲ ਪੁਰਖ ਦੇ ਨਾਲ ਸਿੱਧਾ ਜੁੜ ਰਿਹਾ ਨਾ, ਤੇ ਰਿਸ਼ਤਾ ਵੀ ਸਿੱਧਾ ਹੋਇਆ, ਗੁਰੂ ਸਾਨੂੰ ਗਿਆਨ ਦੇ ਰਿਹਾ ਹੈ। ਤੇ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਉਹਦੀ ਜੀਵਨ ਜਿਉਣ ਦਾ ਢੰਗ ਹੈ, ਜੀਵਨ ਜਿਉਣ ਦੀ ਜਿਹੜੀ ਜੁਗਤ ਹੈ ਉਹ ਨਿਰਮਲ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਹੁਣ ਉਹਦੇ ਨਾਲ ਜੁੜੇ ਹੋਏ ਜਿਹੜੇ ਮਨੁੱਖ ਨੇ, ਉਹਨਾਂ ਦਾ ਜਿਹੜਾ ਭੋਜਨ ਹੈ ਉਹ ਫਿਰ ਗਿਆਨ ਬਣ ਜਾਂਦਾ ਹੈ, ਨਾਮ ਉਹਨਾਂ ਦਾ ਭੋਜਨ ਬਣ ਜਾਂਦਾ ਹੈ। ਤੇ ਨਾਨਕ, ਹੀ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਤੇ ਇਹੋ ਜਿਹੇ ਮਨੁੱਖਾਂ ਦੀ ਸੁਰਤ ਦੇ ਵਿੱਚ ਹਮੇਸ਼ਾ ਬ੍ਰਹਮ ਟਿਕਿਆ ਰਹਿੰਦਾ ਹੈ, ਧਿਆਨ ਉਹਨਾਂ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਵਿੱਚ ਜੁੜਿਆ ਰਹੇਗਾ। ਇੱਥੋਂ ਤੱਕ 3 ਬੰਦ ਹੋਏ। ਇਹ ਤੋਂ ਅਗਲੀ ਜਿਹੜੀ ਵਿਚਾਰ ਹੈ ਆਪਾਂ ਕੱਲ੍ਹ ਕਰਾਂਗੇ। ਵਿਚਾਰਾਂ ਦੀ ਸਮਾਪਤੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਵੀ ਸਮੱਤ ਬਖਸ਼ਣ, ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣ ਜੀ। ਬੁਲਾਓ ਜੀ, ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।